अस तुहानूं दस्सांगे कि आखिर उदों की होया जदों मानसा दे विच अरविंद केजरीवाल दा पै गया असल किसानां दे नाल पेचा। 20 किलोमीटर ताहां ਦੀ ਉਹ ਪੈਲਸ ਦੇ ਵਿੱਚੋਂ ਆਏ ਨੇ 25-30 ਕਿਲੋਮੀਟਰ ਦਾ ਰਸਤਾ ਤਾਹਾਂ ਦੀ ਪਿੰਡਾਂ ਪੁੰਡਾਂ ਵਿੱਚ ਦੀ ਜਾ ਕੇ ਉਹ ਪ੍ਰੋਡਕਸ਼ਨ ਦੇ ਕੋਲ ਦੀ ਨਹੀਂ ਲੰਘੇ ਕਿਸਾਨਾਂ ਦੇ ਕੋਲ ਤੇ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਵੀ ਕੇਜਰੀਵਾਲ ਤੁਹਾਡੇ ਕੋਲੇ ਆਣਗੇ ਤੁਸੀਂ ਸਵਾਲ ਜਵਾਬ ਆਪਦੇ ਕਰ ਸਕਦੇ ਹੋ ਜੀ। ਉਹ ਮਤਲਬ ਉਰਾਂ ਪਰਾਂ ਦੀਆਂ ਗੱਲਾਂ ਕਰਨ ਲੱਗੇ ਜੀ ਉਹਦਾ ਕੋਈ ਜਵਾਬ ਨਹੀਂ ਦਿੱਤਾ। ਦਿੱਲੀੋਂ ਜਦ ਵੀ ਲੀਡਰ ਆਉਂਦੇ ਨੇ ਉਹਨਾਂ ਨੂੰ ਜਦ ਆਊਟ ਆਫ ਸਿਲੇਬਸ ਕੁਐਸਚਨ ਪੈਂਦਾ ਫਿਰ ਉਹ ਫਸ ਜਾਂਦੇ ਆ ਭੱਜ ਜਾਂਦੇ ਆ ਵੀ 26 ਜਨਵਰੀ ਤੋਂ ਬਾਅਦ ਮਤਲਬ ਜੋ ਲਾਲ ਕਿਲੇ ਦੇ ਉੱਤੇ ਨੌਜਵਾਨਾਂ ਤੇ ਬੇਦੋਸ਼ਾਂ ਤੇ ਪਰਚੇ ਕੀਤੇ ਬੀਜੇਪੀ ਗਵਰਨਮੈਂਟ ਨੇ ਜੀ। ਤੁਸੀਂ ਵੀ ਉਹਨਾਂ ਦੇ ਜੂਨੀਅਰ ਪਾਰਟਨਰ ਬਣ ਕੇ ਚੱਲੇ। ਸਰਕਾਰ ਕੋਲ ਦਿੱਲੀ ਸਰਕਾਰ ਕੋਲ ਮੈਜਿਸਟਰੇਟ ਜਾਂਚ ਦੇ ਆਰਡਰ ਹੁੰਦੇ ਆ। ਮੈਜਿਸਟਰੇਟ ਜਾਂਚ ਸਰਕਾਰ ਕਰਾ ਸਕਦੀ ਹੈ। ਜੇ ਪੁਲਿਸ ਮੋਦੀ ਦੀ ਸੀਗੀ ਤਾਂ ਮੈਜਿਸਟਰੇਟ ਜਾਂਚ ਦੇ ਆਰਡਰ ਅਰਵਿੰਦ ਕੇਜਰੀਵਾਲ ਕਰ ਸਕਦਾ ਸੀਗਾ। ਜਿਹੜੇ ਬੋਰਡ ਲੱਗੇ ਹੈ ਬਈ ਕਿਸਾਨਾਂ ਦੇ ਨਾਲ ਕੇਜਰੀਵਾਲ ਦੀ ਸਿੱਧੀ ਗੱਲਬਾਤ, ਉਹ ਕਿਹੜੇ ਕਿਸਾਨ ਅੰਦਰ ਗੱਲਬਾਤ ਕਰ ਰਹੇ ਨੇ? ਉਹ ਆਪ ਦੀ ਪਾਰਟੀ ਦੇ ਵਰਕਰ ਹੈ ਜੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਤਾਂ ਮਤਲਬ ਇੱਕ ਸਿਆਸੀ ਸਟੰਟ ਹੈ। ਕਿਸਾਨਾਂ ਦੇ ਨਾਂ ਤੇ ਰੋਟੀਆਂ ਸੇਕੀਆਂ ਜਾ ਰਹੀਆਂ ਰਾਜਨੀਤਿਕ ਰੋਟੀ। ਉਹਨਾਂ ਨੇ ਖੱਟਰ ਵੀ ਭਜਾਇਆ ਕਿਸਾਨਾਂ ਨੇ। ਖੱਟਰ ਨੇ ਹੁਣ ਮੋਦੀ ਵੀ ਭਜਾਇਆ ਹੋਇਆ। ਕੇਜਰੀਵਾਲ ਦਾ ਚੀਜ਼ ਹੀ ਕੀ ਹੈ? ਜਦੋਂ ਜੰਮੂ ਕਸ਼ਮੀਰ ਦੇ ਵਿੱਚ 370 ਤੇ 35 ਇਹ ਧਾਰਾ ਤੋੜੀ ਗਈ ਉਦੋਂ ਤੁਸੀਂ ਬੀਜੇਪੀ ਦੇ ਪੱਖ 'ਚ ਖੜੇ ਹੋ। ਫਿਰ ਕੀ ਜਵਾਬ ਆਇਆ ਜੀ? ਰਾਜ ਸਭਾ ਦੇ ਵਿੱਚ ਉਹ ਫਿਰ ਉਹ ਕਹਿੰਦੇ ਵੀ ਇਹ ਤਾਂ ਪੋਲੀਟੀਕਲ ਸਵਾਲ ਹੈ, ਤੁਹਾਡੇ ਕਿਸਾਨਾਂ ਦੇ ਸਵਾਲ ਨਹੀਂ। ਮੁੜ ਕੇ ਬੜੇ ਨਹੀਂ, ਰੌਲਾ ਪਾ ਕੇ ਤੁਸੀਂ ਡਰਾਮਾ ਕਰਕੇ ਆਪਣੇ ਆ ਗਏ। ਉੱਥੇ ਕੇਜਰੀਵਾਲ ਜੀ ਨੇ ਕਹਿੰਦੇ ਸਾਨੂੰ ਜਵਾਬ ਦਿੱਤਾ ਕਿ ਤੁਸੀਂ ਤਾਂ ਸਿਆਸਤ ਕਰ ਰਹੇ ਹੋ ਕਿਸਾਨਾਂ ਨੂੰ। ਇਹੀ ਮੋਦੀ ਕਹਿੰਦਾ ਸਿਆਸਤ ਕਰ ਰਹੇ ਹੋ। ਨਹੀਂ, ਗੱਲਬਾਤ ਦਾ ਸੱਦਾ ਨਹੀਂ ਹੁੰਦਾ। ਸਾਡੇ ਬੰਦੇ ਜਾਂਦੇ ਨੇ ਇਹ ਅਸੀਂ ਸਵਾਲ ਕਰਨੇ ਨੇ ਜੀ। ਫਿਰ ਪ੍ਰਸ਼ਾਸਨ ਦੇਖਦਾ ਵੀ 5-4 ਲੀਟਰ ਬਹਾ ਕੇ ਸਵਾਲ ਕਰਾ ਦਈਏ ਜੀ ਤੇ ਦੂਜਾ ਨਾ ਗੜਬੜ ਵਧੇ ਜੀ। ਇਹ ਲੀਡਰ ਜਵਾਬ ਦਿੰਦਾ ਫਿਰ ਉਹਨੂੰ ਕਾਲੇ ਝੰਡੇ ਦਿਖਾਏ ਜਾਂਦੇ ਨੇ, ਨਾਰੇ ਲਾਏ ਜਾਂਦੇ। ਕਿੰਨੇ ਕੰਮ ਹੈ। ਜੇ ਉਹਨੇ ਗੱਲ ਨਹੀਂ ਸੁਣੀ ਤਾਂ ਮੈਂ ਖੇਤੀ ਕਰਦਾ ਉਸ ਗੱਲ ਦੀ। ਸੁਣਨੀ ਚਾਹੀਦੀ ਸੀ। ਅਸੀਂ ਤਾਂ ਮਤਲਬ ਕੁਛ ਨਾ ਮਾੜਾ ਮੋਟਾ ਨਰਮੀ ਸੋਚ ਰਿਹਾ ਵੀ ਅਜੇ ਇੱਧਰ ਦਿੱਲੀ ਤੋਂ ਲੜ ਚੱਲਦਾਗਾ। ਜੇ ਇਹੋ ਜਿਹਾ ਕਰਨਗੇ ਫਿਰ ਆਈਆਂ ਮੀਟਿੰਗਾਂ ਕਰਨ ਨੂੰ ਬੈਠਾ ਦਾਂਗੇ। ਸਕ੍ਰਿਪਟਡ ਸਵਾਲ ਸੀਗੇ, ਸਕ੍ਰਿਪਟਡ ਆਨਸਰ ਸੀਗੇ। ਉਹ ਕਹਿੰਦੇ ਫਿਰ ਵੀ ਅਸੀਂ ਜਾ ਕੇ ਉਹਨੂੰ ਦੇਤਾ ਭਾਈ ਇਹ ਸਵਾਲ ਸਾਡੇ ਇਹ ਨੇ। ਜਿਹੜੇ ਅਨਸਕ੍ਰਿਪਟਡ ਸਵਾਲ ਸੀਗੇ ਉਹਨਾਂ 'ਚ ਭੱਜ ਗਏ। ਅਸ ਤੁਹਾਨੂੰ ਦੱਸਾਂਗੇ ਕਿ ਆਖਰ ਉਦੋਂ ਕੀ ਹੋਇਆ ਜਦੋਂ ਮਾਨਸਾ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਪੈ ਗਿਆ ਅਸਲ ਕਿਸਾਨਾਂ ਦੇ ਨਾਲ ਪੇਚਾ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਦਰਅਸਲ ਮਾਨਸਾ ਦੇ ਵਿੱਚ ਅਰਵਿੰਦ ਕੇਜਰੀਵਾਲ ਪਹੁੰਚੇ, ਮੌਕਾ ਸੀ ਕਹਿੰਦੇ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਨੀ ਹੈ। ਪਰ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਤੋਂ 12 ਕਿਸਾਨ ਸਵਾਲ ਪੁੱਛਣ ਦੇ ਲਈ ਪਹੁੰਚੇ ਤਾਂ ਮਹਿਜ਼ 3 ਸਵਾਲਾਂ ਤੋਂ ਹੀ ਭੱਜ ਉੱਠੇ। ਕਿਉਂ ਭੱਜ ਉੱਠੇ ਇਹ ਵੀ ਦੱਸਾਂਗੇ। ਆਮ ਆਦਮੀ ਪਾਰਟੀ ਦੇ ਕਮਾਂਡਿੰਗ ਆਫਿਸਰ ਅਰਵਿੰਦ ਕੇਜਰੀਵਾਲ ਸਾਡੇ ਨਾਲ ਗੱਲਬਾਤ ਕਰਨ ਲਈ ਐਡਵੋਕੇਟ ਸਤਬੀਰ ਸਿੰਘ ਵਾਲੀਆ ਜੀ ਮੌਜੂਦ ਨੇ। ਵਾਲੀਆ ਸਾਹਿਬ ਕਹਿੰਦੇ ਅੱਜ ਕਮਾਂਡਿੰਗ ਆਫਿਸਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਸਲ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਖੜੇ ਹੋਏ ਨੇ। ਦੇਖੋ ਉਹਨਾਂ ਨੇ ਖੱਟਰ ਵੀ ਭਜਾਇਆ ਕਿਸਾਨਾਂ ਨੇ। ਖੱਟਰ ਨੇ ਹੁਣ ਮੋਦੀ ਵੀ ਭਜਾਇਆ ਹੋਇਆ। ਕੇਜਰੀਵਾਲ ਦਾ ਚੀਜ਼ ਹੀ ਕੀ ਹੈ? ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬਾਰ-ਬਾਰ ਫੇਕ ਪ੍ਰੋਪੇਗੈਂਡਾ, ਝੂਠਾ ਨਾਟਕ ਕਰਨਾ ਜਿਹੜਾ ਅਰਵਿੰਦ ਕੇਜਰੀਵਾਲ ਦੀ ਆਦਤ ਬਣ ਚੁੱਕੀ ਹੈ। ਜਦੋਂ ਇੰਡਸਟਰੀਅਲ ਮੀਟਿੰਗ ਹੋਈ ਤੁਸੀਂ ਦੇਖਿਆ ਕਿਵੇਂ ਉੱਥੇ ਕੇਜਰੀਵਾਲ ਦੇ ਨਾਅਰੇ ਲੱਗੇ, ਆਮ ਆਦਮੀ ਪਾਰਟੀ ਦੇ ਨਾਅਰੇ ਲੱਗੇ। ਸਾਫ਼ ਨਜ਼ਰ ਆ ਰਿਹਾ ਸੀ ਉਹ ਵਰਕਰ ਮੀਟਿੰਗ ਹੈ ਨਾ ਕਿ ਇੰਡਸਟਰੀ ਦੀ ਮੀਟਿੰਗ। ਸੇਮ ਹੀ ਜੋ ਮੈਨੂੰ ਖਬਰ ਆਈ ਵੀ ਮਾਨਸਾ ਤੋਂ ਕਿ 10 ਤੋਂ 12 ਕਿਸਾਨ, ਪਹਿਲਾਂ ਤਾਂ ਕੇਜਰੀਵਾਲ ਨੇ ਰੂਟ ਬਦਲ ਲਿਆ ਆਪਣਾ। ਜਿੱਥੇ ਕਿਸਾਨ ਜਥੇਬੰਦੀਆਂ ਬੈਠੀਆਂ ਸੀਗੀਆਂ ਕਾਲੇ ਝੰਡੇ ਲੈ ਕੇ ਨਹੀਂ, ਸਿਰਫ ਸਵਾਲ ਪੁੱਛਣ ਵਾਸਤੇ ਉੱਥੋਂ ਰੂਟ ਬਦਲ ਲਿਆ, ਪਿੰਡਾਂ ਵਿੱਚ ਨੂੰ ਹੋ ਕੇ ਪਹੁੰਚੇ ਉੱਥੇ ਤੱਕ ਕਹਿੰਦੇ। ਉਹ ਤੋਂ ਬਾਅਦ ਜਦੋਂ 10-12 ਕਿਸਾਨ ਬਾਰ-ਬਾਰ ਪ੍ਰਸ਼ਾਸਨ ਨੂੰ ਰਿਕੁਐਸਟ ਕਰੀ ਗਈ ਕਿ ਭਰਾ ਕਿਸਾਨ ਤਾਂ ਅਸੀਂ ਆ, ਅਸਲੀ ਜਥੇਬੰਦੀਆਂ ਤੋਂ ਵੀ ਨੇ ਤੇ ਸਾਨੂੰ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਵਾਲ ਪੁੱਛਿਆ ਕਰੋ ਲੀਡਰਾਂ ਤੋਂ ਤੇ ਸਾਨੂੰ ਜਾਣ ਦਿਓ। ਕਹਿੰਦੇ 2-2.5 ਘੰਟੇ ਸਾਨੂੰ ਬਿਠਾਇਆ ਗਿਆ ਅੰਦਰ। ਬਿਠਾਉਣ ਤੋਂ ਬਾਅਦ ਸਾਨੂੰ ਕਿ ਸਵਾਲ ਕਿਹੜੇ ਨੇ? ਕਹਿੰਦੇ 7 ਸਵਾਲ ਲਿਖ ਕੇ ਭਗਵੰਤ ਮਾਨ ਨੂੰ ਦਿੱਤੇ ਕਿ ਭਾਈ ਸਾਡੇ ਆਹ 7 ਸਵਾਲ ਹੈ, ਇਹ ਕੇਜਰੀਵਾਲ ਤੋਂ ਅਸੀਂ ਪੁੱਛਣੇ ਆ। ਉਹ ਫਿਰ ਕੇਜਰੀਵਾਲ ਨੂੰ ਜਾਂ ਫਿਰ ਸਮਝਾਣੇ ਹੋਣੇ ਕੇਜਰੀਵਾਲ ਨੂੰ ਕਿ ਭਾਈ ਇਹਦਾ ਹੁਣ ਆਨਸਰ ਇਹ ਹੈ, ਇਹ ਦੇਣਾ, ਕਿਤੇ ਫਸ ਨਾ ਜਾਵੇ। ਕਿਉਂਕਿ ਹਮੇਸ਼ਾ ਆਊਟ ਆਫ ਸਿਲੇਬਸ ਜਦ ਵੀ ਆਮ ਆਦਮੀ ਪਾਰਟੀ ਨੂੰ ਲੀਡਰਾਂ ਨੂੰ, ਕਿਉਂਕਿ ਪੰਜਾਬ ਵਾਲੇ ਲੀਡਰ ਤਾਂ ਹੈ ਹੀ ਨਹੀਂ, ਦਿੱਲੀੋਂ ਜਦ ਵੀ ਲੀਡਰ ਆਉਂਦੇ ਨੇ ਉਹਨਾਂ ਨੂੰ ਜਦ ਆਊਟ ਆਫ ਸਿਲੇਬਸ ਕੁਐਸਚਨ ਪੈਂਦਾ ਫਿਰ ਉਹ ਫਸ ਜਾਂਦੇ ਆ, ਭੱਜ ਜਾਂਦੇ ਆ। ਜਿਵੇਂ ਕੇਜਰੀਵਾਲ ਜਦ ਵੀ ਆਇਆ ਤੁਸੀਂ ਦੇਖਣਾ ਮੀਡੀਆ ਦੇ ਘੱਟ ਮਿਲਦਾ ਹੈ ਕਿਉਂਕਿ ਮੀਡੀਆ ਉਹਨੂੰ ਉਲਝਾ ਲੈਂਦਾ ਹੈ ਤੇ ਉਹ ਫਿਰ ਫਸ ਜਾਂਦਾ ਹੈ। ਤੇ ਉਹੀ ਗੱਲ ਹੋਈ
ਕਿਸਾਨਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ। ਪਹਿਲਾ ਸਵਾਲ ਪੁੱਛਿਆ ਕਿ ਬਈ ਤੁਸੀਂ ਦਿੱਲੀ ਵਿੱਚ ਬੜਾ ਰੌਲਾ ਪਾਇਆ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਨਾਲ ਖੜੇ ਆ, ਨਾਲ ਖੜੇ ਆ। ਤੁਸੀਂ ਤਾਂ ਮੋਦੀ ਨਾਲ ਖੜੇ ਤੇ ਉੱਥੇ, ਤੁਸੀਂ ਤਾਂ ਝੂਠੇ ਪਰਚੇ ਦਰਜ ਹੋਏ, ਲੋਕ ਅੰਦਰ ਹੋਏ, ਤੁਸੀਂ ਕੀ ਕੀਤਾ? ਮੈਂ ਇਹਨੂੰ ਸਪਸ਼ਟੀਕਰਨ ਕਰ ਦੇਣਾ ਚਾਹੁੰਦਾ ਕਿਸਾਨਾਂ ਦੇ ਸਵਾਲ, ਅਸਲ ਸਵਾਲ ਕੀ ਹੋ ਸਕਦਾ ਸੀ, ਕੀ ਮਤਲਬ ਕਿਹੜਾ ਸਵਾਲ ਉਹਨਾਂ ਨੇ ਪੁੱਛਿਆ ਹੋਊਗਾ। ਉਹਨਾਂ ਦਾ ਇਸ਼ਾਰਾ ਸੀਗਾ ਜੋ ਮੈਂ ਵੀ ਬਾਰ-ਬਾਰ ਕਹਿੰਦਾ ਰਹਿੰਦਾ ਕਿ ਸਰਕਾਰ ਕੋਲ, ਦਿੱਲੀ ਸਰਕਾਰ ਕੋਲ ਮੈਜਿਸਟਰੇਟ ਜਾਂਚ ਦੇ ਆਰਡਰ ਹੁੰਦੇ ਆ। ਮੈਜਿਸਟਰੇਟ ਜਾਂਚ ਸਰਕਾਰ ਕਰਾ ਸਕਦੀ ਹੈ। ਜੇ ਪੁਲਿਸ ਮੋਦੀ ਦੀ ਸੀਗੀ ਤਾਂ ਮੈਜਿਸਟਰੇਟ ਜਾਂਚ ਦੇ ਆਰਡਰ ਅਰਵਿੰਦ ਕੇਜਰੀਵਾਲ ਕਰ ਸਕਦਾ ਸੀਗਾ, ਪਰ ਨਾ ਉਹਨੇ ਮੈਜਿਸਟਰੇਟ ਜਾਂਚ ਦੇ ਆਰਡਰ ਕੀਤੇ ਕਿਸੇ ਵੀ ਇਨਸੀਡੈਂਟ ਤੇ, ਨਾ ਝੂਠੇ ਪਰਚਿਆਂ ਤੇ, ਨਾ 26 ਜਨਵਰੀ ਤੇ। ਨਾਲੇ ਜਿਹੜੀਆਂ ਜ਼ਮਾਨਤ ਲੱਗੀਆਂ ਕਿਸਾਨਾਂ ਦੀਆਂ, ਅਰਵਿੰਦ ਕੇਜਰੀਵਾਲ ਦੇ ਸਰਕਾਰੀ ਵਕੀਲਾਂ ਨੇ ਡਟ ਕੇ ਉਹ ਜ਼ਮਾਨਤਾਂ ਦਾ ਵਿਰੋਧ ਕੀਤਾ। ਇਹ ਸਵਾਲ ਬੇਸਿਕਲੀ ਕਿਸਾਨਾਂ ਦਾ ਸੀਗਾ। ਉਹਦਾ ਜਵਾਬ ਉਹ ਕਹਿੰਦੇ ਗੋਲ-ਮੋਲ ਕਰ ਗਏ। ਉਹ ਦੂਜਾ ਸਵਾਲ ਉਹਨਾਂ ਨੇ ਪੁੱਛਿਆ, ਕਹਿੰਦੇ ਭਾਈ ਤੁਸੀਂ ਸਟੇਟ ਦੇ ਵਾਧੂ ਅਧਿਕਾਰਾਂ ਦੀ ਗੱਲ ਕਰਦੇ ਹੋ ਤੇ ਜਦੋਂ ਜੰਮੂ ਕਸ਼ਮੀਰ 'ਚ 370 ਔਰ 35 ਇਹ ਹਟਾਈ ਗਈ ਸੀਗੀ, ਤੁਸੀਂ ਤਾਂ ਮੋਦੀ ਨੂੰ ਸਪੋਰਟ ਕਰੀ ਹੈ, ਵੋਟ ਵੀ ਪਾਈ ਹੈ, ਉਹਦੇ ਨਾਲ ਵੀ ਖੜੇ ਆ, ਉਹਦਾ ਜਵਾਬ ਦਿਓ। ਫਿਰ ਕਹਿੰਦੇ ਉਹਨਾਂ ਨੇ ਗੋਲ-ਮੋਲ ਕਰਤਿਆ। ਫਿਰ ਇੱਕ ਤੀਸਰਾ ਸਵਾਲ ਉਹਨਾਂ ਨੇ ਹੋਰ ਪੁੱਛਿਆ, ਮੈਨੂੰ ਐਗਜ਼ੈਕਟਲੀ ਹੁਣ ਉਹ ਕਹਿੰਦੇ ਵੀ 11 ਮਹੀਨੇ ਤੋਂ ਕਿਸਾਨ ਦਿੱਲੀ ਬੈਠੇ ਨੇ, ਤੁਸੀਂ ਸਹੂਲਤਾਂ ਕੀ ਦਿੱਤੀਆਂ ਨੇ, ਰੌਲਾ ਤੁਸੀਂ ਬੜਾ ਪਾਇਆ। ਹਾਂ, ਉਹੀ ਸਵਾਲ ਪੁੱਛਿਆ ਕਿ ਤੁਸੀਂ ਉੱਥੇ ਮੁੜ ਕੇ ਬੜੇ ਨਹੀਂ, ਰੌਲਾ ਪਾ ਕੇ ਤੁਸੀਂ ਡਰਾਮਾ ਕਰਕੇ ਆਪਣੇ ਆ ਗਏ। ਉੱਥੇ ਕੇਜਰੀਵਾਲ ਜੀ ਨੇ ਕਹਿੰਦੇ ਸਾਨੂੰ ਜਵਾਬ ਦਿੱਤਾ ਕਿ ਤੁਸੀਂ ਤਾਂ ਸਿਆਸਤ ਕਰ ਰਹੇ ਹੋ ਕਿਸਾਨਾਂ ਨੂੰ। ਇਹੀ ਮੋਦੀ ਕਹਿੰਦਾ ਸਿਆਸਤ ਕਰ ਰਹੇ ਹੋ। ਇਹ ਤਾਂ ਫਿਰ ਕਲੀਅਰ ਹੀ ਹੋ ਗਿਆ ਨਾ ਕਿ ਮੋਦੀ ਔਰ ਕੇਜਰੀਵਾਲ ਰਲੇ ਹੋਏ ਨੇ, ਔਰ ਰਲ ਕੇ ਦੋਨੋਂ ਕਹਿ ਰਹੇ ਕਿ ਕਿਸਾਨ ਸਿਆਸਤ ਕਰ ਰਹੇ ਨੇ। ਬਿਲਕੁਲ, ਜਿਹੜੀ ਗੱਲ ਵਾਲੀਆ ਸਾਹਿਬ ਨੇ ਕਹੀ ਹੈ, ਅਸਲ 'ਚ ਜਿਹੜੀ ਉੱਥੇ ਕਿਸਾਨ ਪਹੁੰਚੇ ਸੀ 10 ਤੋਂ 12, ਉਹਨਾਂ ਦੇ ਵਿੱਚੋਂ ਇੱਕ ਨਾਲ ਸਾਡੀ ਗੱਲਬਾਤ ਹੋਈ ਹੈ। ਤੁਸੀਂ ਉਹ ਸੁਣੋ, ਆਖਰ ਉਹਨਾਂ ਨੇ ਕੀ ਕੁਝ ਅਰਵਿੰਦ ਕੇਜਰੀਵਾਲ ਨੂੰ ਕਿਹਾ ਜਾਂ ਉਹਨਾਂ ਦੇ ਨਾਲ ਅਸਲ ਕਿਸਾਨਾਂ ਦੇ ਨਾਲ ਉੱਥੇ ਕੀ ਕੁਝ ਹੋਇਆ ਹੈ। ਤੁਸੀਂ ਇੱਕ ਵਾਰ ਉਹ ਗੱਲਬਾਤ ਜ਼ਰੂਰ ਸੁਣੋ। ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ। ਕੁਲਵਿੰਦਰ ਜੀ, ਠਾਕੁਰ ਅਮਨਦੀਪ ਸਿੰਘ ਗੱਲ ਕਰ ਰਿਹਾ ਜੀ। ਤੇ ਅੱਜ ਜਿੱਥੇ ਕੇਜਰੀਵਾਲ ਸਾਹਿਬ ਆਏ ਹੋਏ ਨੇ, ਅੰਦਰ ਪੋਸਟਰ ਲੱਗੇ ਨੇ ਕਿਸਾਨਾਂ ਦੇ ਨਾਲ ਕੇਜਰੀਵਾਲ ਦੀ ਸਿੱਧੀ ਗੱਲਬਾਤ, ਤੁਸੀਂ ਗੱਲਬਾਤ ਕਰਕੇ ਆਏ ਹੋ ਫਿਰ ਅੱਜ? ਹਾਂ, ਨਹੀਂ ਅਸੀਂ ਗਏ ਸੀ ਜੀ, ਸਾਡਾ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ। ਅੱਛਾ ਜੀ। ਵੀ ਤੁਸੀਂ ਮਤਲਬ ਜੋ ਵੀ ਬੀਜੇਪੀ ਦਾ ਵਿਰੋਧ ਕਰਨਾ ਹੈ, ਦੂਜਾ ਜੋ ਵੀ ਪੋਲੀਟੀਕਲ ਪਾਰਟੀ ਆਉਂਦੀ ਹੈ ਉਹਨੂੰ ਸਵਾਲ ਜਵਾਬ ਕਰਨਾ ਹੈ। ਠੀਕ ਹੈ। ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ 10-12 ਸਾਥੀ ਗਏ ਸੀ ਜੀ। ਤੇ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਵੀ ਕੇਜਰੀਵਾਲ ਤੁਹਾਡੇ ਕੋਲੇ ਆਣਗੇ, ਤੁਸੀਂ ਸਵਾਲ ਜਵਾਬ ਆਪਦੇ ਕਰ ਸਕਦੇ ਹੋ ਜੀ। ਕਿਉਂਕਿ ਅਸੀਂ ਸਵੇਰੇ ਤੋਂ ਹੀ ਇੱਥੇ ਬੈਠੇ ਸੀ, ਰੋਜ਼ ਇੱਥੇ ਪ੍ਰੋਗਰਾਮ ਉਹਨਾਂ ਦਾ ਕਰਨਾ ਸੀ, ਉਹਦਾ ਘਰਾਓ ਕਰੀ ਬੈਠੇ ਸੀਗੇ। ਸ਼ਾਂਤਮਈ। ਹਾਂ। ਠੀਕ ਹੈ। ਤੇ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੇ ਸਾਨੂੰ ਲਗਾਏ, ਉਹ 2-2.5 ਘੰਟੇ ਅਸੀਂ ਬੈਠੇ ਰਹੇ ਉੱਥੇ, ਉਹਨਾਂ ਦੀ ਵੇਟ ਕੀਤੀ ਹੈ ਜੀ। ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਕੇਜਰੀਵਾਲ ਸਾਹਿਬ ਆਏ ਜੀ, ਅਸੀਂ ਉਹਨਾਂ ਨੂੰ 2-3 ਸਵਾਲ ਹੀ ਪੁੱਛੇ ਆ। ਕਿਹੜੇ ਸਵਾਲ ਪੁੱਛੇ ਸੀ? ਇੱਕ ਸਵਾਲ ਤਾਂ ਇਹ ਪੁੱਛਿਆ ਸੀ ਵੀ ਤੁਸੀਂ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਗੱਲ ਕਰਨ ਆਏ ਹੋ ਜੀ, ਪਰ ਦਿੱਲੀ ਦੇ ਵਿੱਚ ਕਿਸਾਨ ਬੈਠੇ ਆ 11 ਮਹੀਨਿਆਂ ਤੋਂ। ਬਿਲਕੁਲ। ਤੁਸੀਂ ਉੱਥੇ ਮੋਰਚੇ ਲਈ ਮਤ ਕੋਈ ਨਹੀਂ ਕਰ ਰਹੇ ਹੋ, ਸਿਰਫ ਡਰਾਮੇਬਾਜ਼ੀ ਕਰ ਰਹੇ ਹੋ। ਕੀ ਜਵਾਬ ਆਇਆ ਤੁਹਾਨੂੰ ਫਿਰ? ਉਹ ਮਤਲਬ ਉਰਾਂ ਪਰਾਂ ਦੀਆਂ ਗੱਲਾਂ ਕਰਨ ਲੱਗ ਗਏ ਜੀ, ਉਹਦਾ ਕੋਈ ਜਵਾਬ ਨਹੀਂ ਦਿੱਤਾ। ਅੱਛਾ, ਦੂਜਾ ਸਵਾਲ ਕੀ ਕੀਤਾ? ਦੂਜਾ ਸਵਾਲ ਅਸੀਂ ਕੀਤਾ ਸੀ ਵੀ 26 ਜਨਵਰੀ ਤੋਂ ਬਾਅਦ ਮਤਲਬ ਜੋ ਲਾਲ ਕਿਲੇ ਦੇ ਉੱਤੇ ਨੌਜਵਾਨਾਂ ਤੇ ਬੇਦੋਸ਼ਾਂ ਤੇ ਪਰਚੇ ਕੀਤੇ ਬੀਜੇਪੀ ਗਵਰਨਮੈਂਟ ਨੇ, ਹਾਂਜੀ, ਤੁਸੀਂ ਵੀ ਉਹਨਾਂ ਦੇ ਜੂਨੀਅਰ ਪਾਰਟਨਰ ਬਣ ਕੇ ਚੱਲੇ ਜੀ, ਵੀ ਤੁਸੀਂ ਉਹਨਾਂ ਪਰਿਵਾਰਾਂ ਨਾਲ ਜਾਂ ਉਹਨਾਂ ਜਿਹੜੇ ਬੇਦੋਸ਼ੇ ਨੌਜਵਾਨ ਸੀ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਲੈ ਗਏ ਸੀ ਕੁਝ ਲੋਕ ਜੀ, ਤੇ ਉਹਨਾਂ ਦੇ ਮਤਲਬ ਤੁਸੀਂ ਵੀ ਉਹਨਾਂ ਦੇ ਅਗੇਂਸਟ ਮਤਲਬ ਭੁਗਤੇ ਹੋ ਜੀ। ਉਹਦਾ ਜਵਾਬ ਵੀ ਉਹਨਾਂ ਨੇ ਮਤਲਬ ਗੋਲ ਮੋਲ ਕੀਤਾ ਜੀ। ਤੀਜਾ ਸਵਾਲ ਅਸੀਂ ਕੀਤਾ ਸੀ ਵੀ ਜਦੋਂ ਤੁਸੀਂ ਇੱਕ ਦਿੱਲੀ ਨੂੰ ਵੱਧ ਅਧਿਕਾਰ ਮੰਗਦੇ ਹੋ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹੋ, ਜੀ। ਪੰਜਾਬ ਦੇ ਵਿੱਚ ਵੀ ਮਤਲਬ ਇੱਕ ਘੱਟ ਗਿਣਤੀਆਂ ਦਾ ਸਟੇਟ ਹੈ ਇਹ, ਜੀ। ਇੱਥੇ ਆ ਕੇ ਵੀ ਮਤਲਬ ਰਾਜਾਂ ਦੇ ਅਧਿਕਾਰਾਂ ਦੀ ਗੱਲ ਤੁਸੀਂ ਕਰਦੇ ਹੋ। ਜੀ। ਪਰ ਜਦੋਂ ਜੰਮੂ ਕਸ਼ਮੀਰ ਦੇ ਵਿੱਚ 370 ਤੇ 35 ਇਹ ਧਾਰਾ ਤੋੜੀ ਗਈ, ਉਦੋਂ ਤੁਸੀਂ ਬੀਜੇਪੀ ਦੇ ਪੱਖ 'ਚ ਖੜੇ ਹੋ। ਫਿਰ ਕੀ ਜਵਾਬ ਆਇਆ ਜੀ? ਰਾਜ ਸਭਾ ਦੇ ਵਿੱਚ ਉਹ ਕਹਿੰਦੇ ਵੀ ਇਹ ਤਾਂ ਪੋਲੀਟੀਕਲ ਸਵਾਲ ਹੈ, ਤੁਹਾਡੇ ਕਿਸਾਨਾਂ ਦੇ ਸਵਾਲ ਨਹੀਂ। ਅਸੀਂ ਕਿਹਾ ਜੇ ਤੁਸੀਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਗੱਲ ਕਰਨ ਆਏ ਹੋ ਅੱਜ ਕਿਸਾਨਾਂ ਨਾਲ, ਤੇ ਅੱਜ ਜਿਹੜੀ ਦਿੱਲੀ ਦੇ ਵਿੱਚ ਮਤਲਬ ਬੀਜੇਪੀ ਗਵਰਨਮੈਂਟ ਹੈ, ਉਹਨਾਂ ਨੇ ਸਟੇਟਾਂ ਦੇ ਅਧਿਕਾਰਾਂ 'ਚ ਜਾ ਕੇ ਤਾਂ ਕਾਲੇ ਕਾਨੂੰਨ ਬਣਾਏ ਨੇ। ਤੇ ਜਦੋਂ ਤੁਸੀਂ ਸਟੇਟਾਂ ਦੇ ਅਧਿਕਾਰਾਂ ਦੀ ਗੱਲ ਹੀ ਨਹੀਂ ਕਰੋਗੇ, ਮਤਲਬ ਸਟੇਟਾਂ ਦੇ ਅਧਿਕਾਰਾਂ ਤੋਂ ਵੱਧ ਅਧਿਕਾਰਾਂ ਤੋਂ ਭੱਜੋਗੇ, ਘੱਟ ਗਿਣਤੀਆਂ ਦੇ ਹਮਲੇ ਹੋ ਰਹੇ ਨੇ ਜਿਹੜੇ ਦੇਸ਼ ਦੇ ਵਿੱਚ, ਜੀ, ਮਤਲਬ ਉਹਦੇ ਵਿਰੋਧ ਕਰਨ ਦੀ ਥਾਂ ਤੇ ਉਹ ਬੀਜੇਪੀ ਦੇ ਨਾਲ ਖੜੋਗੇ, ਜੀ, ਫੇਰ ਮਤਲਬ ਤੁਸੀਂ ਕਿਸਾਨਾਂ ਦੇ ਮਦਈ ਕਿਵੇਂ ਹੋਗੇ ਜੀ। ਲੇਕਿਨ ਕੁਲਵਿੰਦਰ ਜੀ, ਇਹ ਸਾਰੇ ਸਵਾਲ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਡੇ ਕੋਲ ਆਏ ਉੱਥੇ ਜਾਂ ਜਿੱਥੇ ਜਿੱਥੇ ਇਹਨਾਂ ਦਾ ਪੈਲਸ ਸੀਗਾ ਜੀ, ਜਿੱਥੇ ਉਹ ਪੈਲਸ ਦੇ ਪ੍ਰੋਗਰਾਮ ਹੈ ਉਹਦੇ ਕੋਲ ਹੀ ਅਸੀਂ ਮੋਰਚਾ ਲਾਇਆ ਹੋਇਆ ਸੀ। ਅੱਛਾ, ਤੁਹਾਡੇ ਕੋਲ ਉੱਥੇ ਆ ਗਏ ਉਹ? ਨਹੀਂ, ਉੱਥੇ ਨਹੀਂ ਆਏ, ਸਾਨੂੰ ਪੈਲਸ ਦੇ ਵਿੱਚ ਲੈ ਗਏ ਸੀ 12 ਬੰਦਿਆਂ ਨੂੰ ਜੀ। ਅੱਛਾ, ਫਿਰ ਕੀਤਾ ਮਾਨ ਸਤਿਕਾਰ ਅੰਦਰ ਤੁਹਾਡਾ?
ਨਹੀਂ ਮਾਨ ਸਤਿਕਾਰ ਤਾਂ ਇਹੀ ਹੈ ਜੀ, ਉਹਨਾਂ ਨੇ ਸਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ, ਗੋਲ-ਮੋਲ ਜਵਾਬ ਕਰਕੇ ਭੱਜ ਗਏ ਬਸ 5 ਮਿੰਟਾਂ 'ਚ। ਕਹਿੰਦੇ ਤੁਸੀਂ ਤਾਂ ਸਾਨੂੰ ਸਿਆਸੀ ਸਵਾਲ ਪੁੱਛਦੇ ਹੋ। ਫਿਰ ਤੁਹਾਨੂੰ ਅੰਦਰ ਬਿਠਾਇਆ ਅੰਦਰ ਕੇ ਬਾਹਰ ਕੱਢਤਾ? ਨਹੀਂ, ਫਿਰ ਸਾਨੂੰ ਬਾਹਰ ਕੱਢਤਾ ਸੀ, ਬਾਹਰ ਆਪ ਹੀ ਚਲੇ ਆਏ ਜੀ। ਓਹੋ, ਅੱਛਾ। ਅਸੀਂ ਆਪ ਬਾਹਰ ਚਲੇ ਆਏ, ਪਹਿਲਾਂ 2 ਘੰਟੇ ਇਹਨਾਂ ਨੇ ਬਿਠਾ ਕੇ ਮਤਲਬ ਰੱਖਿਆ, ਕਿਉਂਕਿ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਇਹ ਨਹੀਂ ਸੀਗਾ ਜੀ ਵੀ ਕਿ ਅਸੀਂ ਮਤਲਬ ਕੇਜਰੀਵਾਲ ਦਾ ਵਿਰੋਧ ਕਰਨਾ ਹੈ, ਕੋਈ ਕਾਲੇ ਝੰਡੇ ਦਿਖਾਉਣੇ ਆ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਬੀਜੇਪੀ ਦਾ ਹੀ ਵਿਰੋਧ ਕਰਨਾ, ਸਾਨੂੰ ਹਦਾਇਤਾਂ ਨੇ ਤਹਾਂ ਤੋਂ। ਬਿਲਕੁਲ, ਤੇ ਅਸੀਂ ਮਤਲਬ ਸਵਾਲ ਕਰਨੇ ਨੇ ਦੂਜੀ ਕੋਈ ਪਾਰਟੀ ਆਂਦੀ ਹੈ। ਬਿਲਕੁਲ ਬਿਲਕੁਲ, ਤੇ ਇਹਨਾਂ ਨੇ ਸਾਨੂੰ ਮਤਲਬ ਜਿਹੜੀ ਉਹਨਾਂ ਦੀ ਲੀਡਰਸ਼ਿਪ ਆ ਇੱਥੋਂ ਦੀ ਤੇ ਪ੍ਰਸ਼ਾਸਨ ਆ, ਉਹ ਇਹ ਕਹਿ ਕੇ ਲੈ ਗਏ ਸੀ ਪੈਲਸ ਦੇ ਵਿੱਚ ਵੀ ਤੁਸੀਂ ਆ ਜਾਓ, ਅਸੀਂ 12 ਬੰਦੇ, ਤੁਸੀਂ ਜੋ ਸਵਾਲ ਜਵਾਬ ਕਰ ਲਓ। ਜੇ ਇੱਥੇ ਧਰਨੇ ਵਾਲੀ ਥਾਂ ਤੇ ਲਿਆਉਣਾ ਤਾਂ ਸਾਨੂੰ ਮੁਸ਼ਕਲ ਹੈ, ਅਸੀਂ ਉੱਥੇ ਤੁਹਾਨੂੰ ਸਵਾਲ ਜਵਾਬ ਕਰਵਾ ਦਾਂਗੇ, ਪਰ ਉਹਨਾਂ ਨੇ ਉੱਥੇ ਵੀ ਸਾਡੇ ਕੋਈ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਤਸੱਲੀ ਵਾਸਤੇ। ਕੁਲਵਿੰਦਰ ਜੀ, ਜਿਹੜੇ ਅੰਦਰ ਜਿਹੜੇ ਬੋਰਡ ਲੱਗੇ ਹੈ ਵੀ ਕਿਸਾਨਾਂ ਦੇ ਨਾਲ ਕੇਜਰੀਵਾਲ ਦੀ ਸਿੱਧੀ ਗੱਲਬਾਤ, ਉਹ ਕਿਹੜੇ ਕਿਸਾਨ ਅੰਦਰ ਗੱਲਬਾਤ ਕਰ ਰਹੇ ਨੇ? ਉਹ ਆਪਦੀ ਪਾਰਟੀ ਦੇ ਵਰਕਰ ਹੈ ਜੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਤਾਂ ਮਤਲਬ ਇੱਕ ਸਿਆਸੀ ਸਟੰਟ ਹੈ, ਕਿਸਾਨਾਂ ਦੇ ਨਾਂ ਤੇ ਰੋਟੀਆਂ ਸੇਕੀਆਂ ਜਾ ਰਹੀਆਂ ਰਾਜਨੀਤਿਕ ਰੋ। ਓਕੇ, ਇਹ ਆਪਦੇ ਵਰਕਰ ਹੈ, ਕਿਸਾਨ ਸੜਕ ਦੇ ਉੱਤੇ ਭੁੱਖੇ ਪਿਆਹੇ ਤੜਕੇ ਤੇ ਬੈਠੇ ਆ ਸਿਰਫ ਗੱਲਬਾਤ ਕਰਨ ਲਈ। ਔਰ ਤੁਸੀਂ ਦੇਖੋ ਜੀ, ਜਿਹੜਾ ਪੈਲਸ ਹੈ ਉਹ ਪੈਲਸ ਤੋਂ 20 ਕਿਲੋਮੀਟਰ ਦੂਰ ਦੀ ਲੈ ਕੇ ਆਏ ਨੇ, ਹਾਲਾਂਕਿ ਕਿਸਾਨ ਪਾਸੇ ਤੇ ਬੈਠੇ ਸੀ। ਹਾਂ, ਉਹਨਾਂ ਨਾਲ ਕੋਈ ਰੋਕਣ ਦਾ, ਕਾਲੇ ਝੰਡੇ ਦਿਖਾਉਣ ਦਾ ਹੈ ਨਹੀਂ, ਇਹਨਾਂ ਦੇ ਮਨ 'ਚ ਡਰ ਹੈ ਮਤਲਬ ਇਦਾਂ ਦਾ ਹੀ। ਜੀ ਜੀ ਜੀ, 20 ਕਿਲੋਮੀਟਰ ਤਾਹਾਂ ਦੀ ਉਹ ਪੈਲਸ ਦੇ ਵਿੱਚੋਂ ਆਏ ਨੇ, 25-30 ਕਿਲੋਮੀਟਰ ਦਾ ਰਸਤਾ ਤਾਹਾਂ ਦੀ ਪਿੰਡਾਂ ਪੁੰਡਾ ਵਿੱਚ ਦੀ ਜਾ ਕੇ, ਉਹ ਪ੍ਰੋਡਕਸ਼ਨ ਦੇ ਕੋਲ ਦੀ ਨਹੀਂ ਲੰਘੇ, ਕਿਸਾਨਾਂ ਦੇ ਕੋਲ ਦੀ। ਅੱਛਾ, ਜਿਹੜੇ ਕਿਸਾਨ ਮਤਲਬ ਬਜ਼ੁਰਗ ਮਾਵਾਂ ਸਾਡੀਆਂ, ਸਾਡੇ ਬਜ਼ੁਰਗ ਜਿਹੜੇ ਲਗਾਤਾਰ 13-14 ਮਹੀਨਿਆਂ ਤੋਂ ਮੋਦੀ ਸਰਕਾਰ ਦੇ ਖਿਲਾਫ ਲੜ ਰਹੇ ਨੇ। ਅੱਛਾ, ਇਹ ਮਤਲਬ ਤੁਹਾਡੇ ਇਹਨਾਂ ਨੇ ਡਰ ਦੇ ਮਾਰਿਆਂ ਨੇ ਰਸਤਾ ਵੀ ਬਦਲ ਲਿਆ? ਰਸਤਾ ਵੀ ਬਦਲ ਲਿਆ ਜੀ, 20 ਕਿਲੋਮੀਟਰ ਭੀਖੀ ਤੋਂ ਬਾਈਪਾਸ ਕਰਕੇ ਉਹ ਗਾਹਾਂ ਦੀ ਰੱਲੇ ਜੋਗਿਆਂ ਵਿੱਚ ਦੀ ਲੈ ਕੇ ਆਇਆ। ਅੱਛਾ, ਹਾਂ, ਮਤਲਬ 25-20 ਕਿਲੋਮੀਟਰ ਉੱਪਰ ਦੀ ਲੈ ਕੇ ਮਤਲਬ ਆਏ ਨੇ ਇਹ ਡਰਦੇ ਨੇ। ਹਾਲਾਂਕਿ ਅਸੀਂ ਵਿਸ਼ਵਾਸ ਦਿਵਾਈ ਗਏ ਇਹਨਾਂ ਨੂੰ, ਇਹਨਾਂ ਦੇ ਲੀਡਰਾਂ ਨੂੰ ਵੀ। ਲੇਕਿਨ ਕੁਲਵਿੰਦਰ ਜੀ, ਤੁਸੀਂ ਵੀ ਦੇਖੋ ਕਿਸਾਨ ਹੋ, ਕਿਸਾਨ ਜਥੇਬੰਦੀ ਦੇ ਨਾਲ ਵੀ ਤੁਸੀਂ ਜੁੜੇ ਹੋਏ ਹੋ, ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਤੁਸੀਂ ਸਵਾਲ ਪੁੱਛਣ ਗਏ ਸੀ। ਹਾਂਜੀ, ਇਹ ਤਾਂ ਕਹਿ ਰਿਹਾ ਵੀ ਕੇਜਰੀਵਾਲ ਕਿਸਾਨਾਂ ਦੇ ਨਾਲ ਹੈ, ਫਿਰ ਇਹ ਕਿਸਾਨਾਂ ਤੋਂ ਇੰਨਾ ਡਰ ਕਿਉਂ ਰਹੇ ਨੇ? ਨਹੀਂ, ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਹ ਜਿਹੜੇ ਮਤਲਬ ਸਿਰਫ ਰੋਟੀਆਂ ਸੇਕਣੀਆਂ ਰਾਜਨੀਤਿਕ ਕਿਸਾਨਾਂ ਦੀਆਂ, ਉਹ ਕਿਸਾਨਾਂ ਦੇ ਨਾਲ ਨਹੀਂ ਹੈ। ਉਹ ਤਾਂ ਮਤਲਬ ਇਹ ਇੱਕ ਬੀਜੇਪੀ ਦੀ ਬੀ ਟੀਮ ਵਾਲਾ ਦੇ ਰੂਪ ਦੇ ਵਿੱਚ ਵਿਚਰ ਰਹੇ ਨੇ। ਉਹੀ ਜਿਹੜੀ ਰਾਜਨੀਤੀ ਹੈ, ਮਤਲਬ ਅਸੀਂ ਇਹ ਵੀ ਸਵਾਲ ਇਹਨਾਂ ਤੋਂ ਪੁੱਛਣਾ ਸੀ ਵੀ ਤੁਸੀਂ ਮਤਲਬ 7-8 ਸਵਾਲ ਸੀ, ਅਸੀਂ ਇਹਨਾਂ ਦੇ ਲੀਡਰ ਨੂੰ ਪੜ੍ਹਾ ਵੀ ਦਿੱਤੇ ਸੀ ਜੀ, ਭਗਵੰਤ ਮਾਨ ਨੂੰ ਵੀ ਪੜ੍ਹਾਤੇ ਸੀ, ਜਿਹੜਾ ਇਹਨਾਂ ਦਾ ਪੰਜਾਬ ਦਾ ਪ੍ਰਧਾਨ ਹੈ ਉਹਨੂੰ ਵੀ ਪੜ੍ਹਾਤੇ ਸੀ ਵੀ ਤੁਸੀਂ ਆਹ ਪੜ੍ਹ ਲਓ, ਜੇ ਤੁਸੀਂ ਕਹਿੰਦੇ ਹੋ ਮਤਲਬ ਇਹ ਕੋਈ ਡਰ ਹੈ ਤੁਹਾਡੇ ਮਨ ਦੇ ਵਿੱਚ ਵੀ ਆਹ ਸਵਾਲ ਹੀ ਪੁੱਛਣੇ ਆ। ਅੱਛਾ, ਅਸੀਂ ਉਹਨਾਂ ਦੇ ਵਿੱਚੋਂ ਪਹਿਲੇ 3 ਸਵਾਲ ਹੀ ਪੁੱਛੇ ਸੀ, 4 ਸਵਾਲ ਸਾਡੇ ਵਿੱਚ ਹੀ ਰਹਿ ਗਏ ਸੀ ਅਜੇ। ਉਹ ਉੱਠ ਕੇ ਗੁੱਸੇ 'ਚ ਚਲੇ ਗਏ ਵੀ ਤੁਸੀਂ ਤਾਂ ਰਾਜਨੀਤਿਕ ਸਵਾਲ ਪੁੱਛਦੇ ਹੋ। ਇਹ ਗੱਲ ਕਿਹਨੇ ਕਹੀ? ਕੇਜਰੀਵਾਲ ਨੇ ਜੀ। ਬੋਲੋ, ਤੁਸੀਂ ਇੱਥੇ ਕੀ ਕਰਨ ਆਏ ਹੋ, ਸਮਾਜ ਸੇਵਾ ਕਿ ਰਾਜਨੀਤੀ? ਨਹੀਂ, ਆਪ ਰਾਜਨੀਤੀ ਕਿਸਾਨਾਂ ਦੇ ਨਾਂ ਤੇ ਕਰ ਸਕਦੇ ਆ, ਜੇ ਕਿਸਾਨ ਸਵਾਲ ਪੁੱਛਦੇ ਆ ਤੇ ਫਿਰ ਰਾਜਨੀਤੀ ਹੈ। ਇਹੀ ਤਾਂ ਪੂਰਾ ਪ੍ਰੋਬਲਮ ਹੈ। ਜੀ 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 ਜੀ, ਤੇ ਤੁਸੀਂ ਹੁਣ ਉੱਥੇ ਬਾਹਰ ਹੀ ਪ੍ਰੋਟੈਸਟ ਕਰ ਰਹੇ ਹੋ, ਕਿਵੇਂ ਬੈਠੇ? ਹਾਂ, ਅਸੀਂ ਬਾਹਰ ਪ੍ਰੋਟੈਸਟ ਕਰ ਰਹੇ ਹਾਂ ਜੀ। ਤਾਂ ਇਹ ਸੀ ਆਲ ਇੰਡੀਆ ਕਿਸਾਨ ਸਭਾ ਤੋਂ ਕੁਲਵਿੰਦਰ ਸਿੰਘ ਜੀ, ਜੋ 10 ਤੋਂ 12 ਕਿਸਾਨਾਂ ਦੇ ਉਸ ਵਫਦ ਦੇ ਵਿੱਚ ਸ਼ਾਮਲ ਸਨ, ਤੇ ਇਹਨਾਂ ਨੇ ਦੱਸਿਆ ਵੀ ਕਿਵੇਂ ਇਹਨਾਂ ਵੱਲੋਂ ਪਹਿਲਾਂ ਸਵਾਲ ਦੇ ਵੀ ਦਿੱਤੇ ਗਏ, ਅਰਵਿੰਦ ਕੇਜਰੀਵਾਲ ਸਾਹਿਬ ਤੱਕ ਵੀ ਪਹੁੰਚ ਤੇ ਕੀਤੇ ਗਏ, ਭਗਵੰਤ ਮਾਨ ਤੱਕ ਵੀ, ਪਰ ਫਿਰ ਵੀ 7 ਸਵਾਲ ਸੀ, 3 ਤੋਂ ਬਾਅਦ ਹੀ ਭੱਜ ਗਏ ਤੇ ਇਹਨਾਂ ਕਿਸਾਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਖੈਰ, ਇਹਨਾਂ ਨੇ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਵੀ ਕੀ ਕੁਝ ਉਹਨਾਂ ਨੇ ਸਾਡੇ ਨਾਲ ਵਤੀਰਾ ਕੀਤਾ ਹੈ, ਸਵਾਲਾਂ ਤੋਂ ਕਿਵੇਂ ਭੱਜੇ ਨੇ। ਤਾਂ ਇਸ ਤੋਂ ਬਾਅਦ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਹੀ ਆਗੂ ਰੁਲਦੂ ਸਿੰਘ ਮਾਨਸਾ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕੀ ਕੁਝ ਕਿਹਾ, ਤੁਸੀਂ ਉਹ ਵੀ ਜ਼ਰੂਰ ਸੁਣੋ। ਬਾਬੂ ਜੀ, ਠਾਕੁਰ ਬੋਲ ਰਹੇ ਹਾਂ, ਠਾਕੁਰ ਅਮਨਦੀਪ ਸਿੰਘ ਚੰਡੀਗੜ੍ਹ ਤੋਂ ਬੋਲ ਰਿਹਾ ਜੀ, ਪੱਤਰਕਾਰ। ਹਾਂਜੀ, ਮੈਂ ਰੇਲ ਗੱਡੀ ਜਾਂ ਖਰਚਾ ਖਾਤਾ ਹੈ। ਕੋਈ ਚੱਕਰ ਨਹੀਂ ਬਾਪੂ ਜੀ, ਮੈਂ ਤੁਹਾਡਾ ਪੱਖ ਲੈਣਾ ਜੀ, ਇੱਕ ਬੜੀ ਜ਼ਰੂਰੀ ਗੱਲ ਹੈ। ਲੈ ਲਓ। ਬਾਪੂ ਜੀ, ਅੱਜ ਮਾਨਸੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣੀ ਪਹੁੰਚੇ ਹੋਏ ਨੇ ਤੇ ਉੱਥੇ ਕਿਸੇ ਪੈਲੇਸ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਤੇ ਉੱਥੇ ਬੋਰਡ ਲੱਗੇ ਹੋਏ ਨੇ ਕਿਸਾਨਾਂ ਦੇ ਨਾਲ ਕੇਜਰੀਵਾਲ ਦੀ ਸਿੱਧੀ ਗੱਲਬਾਤ। ਬਾਪੂ ਜੀ, ਕਿਸੇ ਕਿਸਾਨ ਜਥੇਬੰਦੀ ਨੂੰ ਸੱਦਾ ਸੁੱਦਾ ਆਇਆ ਇਹ ਗੱਲਬਾਤ ਹੈ ਜਾਂ ਉਹਨਾਂ ਦੇ ਆਪਣੇ ਬੰਦੇ ਬੈਠੇ ਹੋਏ ਨੇ ਉੱਥੇ? ਨਹੀਂ, ਗੱਲਬਾਤ ਦਾ ਸੱਦਾ ਨਹੀਂ ਹੁੰਦਾ, ਸਾਡੇ ਬੰਦੇ ਜਾਂਦੇ ਨੇ, ਇਹ ਅਸੀਂ ਸਵਾਲ ਕਰਨੇ ਨੇ ਜੀ। ਫਿਰ ਪ੍ਰਸ਼ਾਸਨ ਦੇਖਦਾ ਵੀ 5-4 ਲੀਟਰ ਬਹਾ ਕੇ ਸਵਾਲ ਕਰਾ ਦਈਏ ਜੀ, ਤੇ ਦੂਜਾ ਨਾ ਗੜਬੜ ਵਧੇ ਜੀ। ਇਹ ਲੀਡਰ ਜਵਾਬ ਦਿੰਦਾ, ਫਿਰ ਉਹਨੂੰ ਕਾਲੇ ਝੰਡੇ ਦਿਖਾਏ ਜਾਂਦੇ ਨੇ, ਨਾਰੇ ਲਾਏ ਜਾਂਦੇ, ਕਿੰਨੇ ਕੰਮ ਜੀ। ਅੱਜ ਵੀ ਕਹਿੰਦੇ 5-6 ਕਿਸਾਨ ਅੰਦਰ ਗਏ ਸੀ, 6-7 ਕਿਸਾਨ, ਲੇਕਿਨ ਕੋਈ ਜਵਾਬ ਨਹੀਂ ਉਹਨਾਂ ਨੇ ਦਿੱਤਾ ਤੇ ਬਾਹਰ ਭੇਜਤਾ ਕਿਸਾਨਾਂ ਨੂੰ ਜੀ।
ਨਹੀਂ ਦਿੱਤਾ ਤਾਂ ਫਿਰ ਬਾਹਰ ਨਾਰੇ ਲਾ ਦੇਣਗੇ, ਫਿਰ ਉੱਥੋਂ ਦੀ ਜ਼ਿੰਮੇਵਾਰੀ ਹੈ। ਜੀ ਬਾਪੂ ਜੀ, ਲੇਕਿਨ ਇਹ ਮਨਾਹੀ ਜਿਹੜੀ ਸੀਗੀ ਸੰਯੁਕਤ ਕਿਸਾਨ ਮੋਰਚੇ ਤੋਂ, ਕੋਈ ਪੋਲੀਟੀਕਲ ਇਕੱਠ ਨਾ ਹੋਵੇ, ਕੁਛ ਨਾ ਹੋਵੇ, ਫਿਰ ਇਹ ਕਿਵੇਂ ਕਰੀ ਜਾ ਰਹੇ ਹੈ ਜੀ ਲਗਾਤਾਰ? ਨਹੀਂ, ਉਹ ਥੋੜਾ ਜਿਹਾ ਇੱਕ ਫਰਕ ਹੈ। ਇੱਕ ਤਾਂ ਵੱਡੀ ਕਾਨਫਰੰਸ ਰੈਲੀ ਕਰਨਾ ਜੀ, ਇਹ ਕੋਈ ਆ ਕੇ ਛੋਟਾ ਕਣੀ ਮੀਟਿੰਗ ਕਰਨੀ, ਹਾਂਜੀ ਠੀਕ ਹੈ ਨਾ ਗੱਲ। ਪ੍ਰੋਗਰਾਮ ਆਪਾਂ ਇੱਕ ਤਰੀਕੇ ਨਾਲ ਜ਼ਿੰਮੇਦਾਰ ਬੰਦੇ ਸ਼ਾਂਤ ਵੀ ਰੱਖਣਾ ਨਾ। ਹਾਂਜੀ ਹਾਂਜੀ। ਹਾਂ, ਵੱਡੀ ਰੈਲੀ ਰੂਲੀ ਨਹੀਂ ਕਰਨੇ ਵਿੱਚ ਜਾਂਦੇ, ਵਿਰੋਧ ਸਾਡਾ ਭਾਰਤੀ ਜਨਤਾ ਪਾਰਟੀ ਨਾਲ ਹੈ। ਲੇਕਿਨ ਬਾਪੂ ਜੀ, ਨਾਮ ਤਾਂ ਕਿਸਾਨਾਂ ਦਾ ਹੈ, ਅੰਦਰ ਕਿਸੇ ਨੂੰ ਮੀਡੀਆ ਮੰਗੀ ਜਾਂ ਕਿਸੇ ਹੋਰ ਕਿਸੇ ਬੰਦੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ, ਤੇ ਜਿਹੜਾ ਅੰਦਰੋਂ ਲਾਈਵ ਚੱਲ ਰਿਹਾ ਪਿੱਛੇ ਬੋਰਡ ਤੇ ਲਿਖਿਆ ਹੋਇਆ ਹੈ ਕਿਸਾਨਾਂ ਦੇ ਨਾਲ ਕੇਜਰੀਵਾਲ ਦੀ ਸਿੱਧੀ ਗੱਲਬਾਤ। ਇਦਾਂ ਲੱਗ ਰਿਹਾ ਵੀ ਕਿਸਾਨਾਂ ਨੇ ਬੁਲਾਇਆ ਹੁੰਦਾ ਹੈ ਕੇਜਰੀਵਾਲ ਨੂੰ ਖੁਦ ਵੀ ਤੁਸੀਂ ਆਓ ਤੇ ਗੱਲ ਕਰੋ। ਨਹੀਂ, ਕੋਈ ਭੁਲੇਖਾ ਨਾ, ਬਿਲਕੁਲ। ਮੈਂ ਦੇਖਿਆ ਪਹਿਲਾਂ ਸਾਡੇ ਥੱਲੇ ਵਰਕਰ ਨੇ, ਆਗੂ ਨੇ ਥੱਲੇ ਜਿਹੜੇ ਪੰਜਾਬ ਦੇ ਵਿੱਚ ਨੇ, ਇਹੀ ਜੀ ਬੋਲੀ, ਉਹਨਾਂ ਨੂੰ ਅਸੀਂ ਇਹੀ ਕਿਹਾ ਵੀ ਪ੍ਰੋਗਰਾਮ ਸ਼ਾਂਤ ਰੱਖਣਾ। ਜੇ ਲੀਡਰ ਤੋਂ ਸਵਾਲ ਕਰਕੇ ਦੇਖ ਲਓ ਜੀ, ਸਵਾਲ ਕਰੋ, ਠੀਕ ਹੈ ਨਾ ਗੱਲ। ਤੁਸੀਂ ਕੋਈ ਗੱਲ ਨਹੀਂ। ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੁਨੇਹਾ ਲਾਇਆ ਵੀ ਤੁਸੀਂ ਸਾਡਾ ਕਿਸਾਨਾਂ ਦਾ ਜਾਂ ਨਾਮ ਵਰਤੋ, ਨਾਮ ਉਹ ਤਾਂ ਸਾਰਿਆਂ ਨੂੰ ਕਿਹਾ ਸੀ ਉੱਤੇ, ਜਿਹੜੀ ਚੰਡੀਗੜ੍ਹ ਮੀਟਿੰਗ ਹੈ, ਹਾਂਜੀ, ਉਹਨਾਂ ਨੂੰ ਅਸੀਂ ਇਹੀ ਕਿਹਾ ਸੀ ਕਿ ਵੀ ਜਦੋਂ ਐਲਾਨ ਹੋ ਗਿਆ ਵੋਟਾਂ ਦਾ, ਤੁਸੀਂ ਉਦੋਂ ਕਰ ਲਿਓ ਵੀ ਤੁਸੀਂ ਰਾਜਨੀਤਿਕ ਰੈਲੀਆਂ ਨਾ ਕਰੋ। ਪਰ ਉਹਨਾਂ ਨੇ ਗਰੇਜ ਕਰੀ ਆ, ਪਰ ਫਿਰ ਵੀ ਇਹਨਾਂ ਨੂੰ ਪੱਕਾ ਹਾਜ਼ਮੇ ਆਉਂਦਾ ਨਹੀਂ, ਥੋੜਾ ਕਰੇ ਬਣਾ ਜੀ। ਤੁਸੀਂ ਜਿਹੜਾ ਅੱਜ ਇਹਨਾਂ ਨੇ ਪੋਸਟਰ ਲਾਏ ਆ ਜਾਂ ਲਿਖਿਆ ਹੈ, ਤੁਸੀਂ ਕੋਈ ਨੋਟਿਸ ਭੇਜੋਗੇ ਜੀ ਪਾਰਟੀ ਨੂੰ? ਦੇਖੋ, ਇਹ ਤਾਂ ਸੰਯੁਕਤ ਮੋਰਚੇ ਨੇ ਫੈਸਲਾ ਕਰਨਾ ਹੈ ਜੀ, ਕਿ ਉਹ ਕਿੰਨਾ ਕੁ ਵੱਧ ਰਹੇ ਨੇ, ਕਹਾਂ ਨੂੰ ਕਦਮ ਕੱਟ ਰਹੇ ਨੇਗੇ ਜੀ। ਉਹ ਪਹਿਲਾਂ ਮੀਟਿੰਗ 2 ਤਰੀਕ ਦੀ, ਮੈਨੂੰ ਅੱਜ ਪਤਾ ਲੱਗਿਆ ਹੈਗਾ ਵੀ ਮੀਟਿੰਗ 6 ਤਰੀਕ ਦੇ ਬਾਕੀ। ਜੀ ਹਾਂ, ਪਹਿਲਾਂ 2 ਜੀ, ਮਤਲਬ ਕਿ ਤੁਹਾਡੇ ਜਥੇਬੰਦੀਆਂ ਵਿੱਚ ਕੋਈ ਕਿਸਾਨ ਨਹੀਂ ਸੀਗਾ ਉੱਥੇ, ਨਾ ਕਿਸੇ ਨੇ ਬੁਲਾਇਆ ਹੈ, ਨਾ ਕੋਈ ਗਿਆ ਹੈ, ਇਹ ਆਪਣੀ ਮੀਟਿੰਗ ਕਰ ਰਹੇ ਆ। ਕਿਸੇ ਗੱਲ ਦੀ ਚਿੰਤਾ ਨਾ ਕਰੋ, ਜਿਹੜੀਆਂ 32 ਜਥੇਬੰਦੀਆਂ ਲੀਡਰ ਨੇ ਜੀ, ਬਿਲਕੁਲ ਹਜੇ ਕੋਈ ਇਲੈਕਸ਼ਨਾਂ ਬਾਰੇ ਅਸੀਂ ਪੰਜਾਬ 'ਚ ਕੋਈ ਗੱਲ ਨਹੀਂ ਕਰਾਂਗੇ, ਜੀ ਠੀਕ ਹੈ ਨਾ ਗੱਲ। ਸਾਡਾ 2022 ਯੂਪੀ ਉਹ ਹੈਗਾ ਪ੍ਰੋਗਰਾਮ, ਉੱਥੇ ਜ਼ਰੂਰ ਅਸੀਂ ਕਰਾਂਗੇ ਭਾਰਤੀ ਜਨਤਾ ਪਾਰਟੀ ਹੋਰ ਆਓ। ਇੱਥੇ ਦਾ ਨਾ ਭਾਰਤੀ ਜਨਤਾ ਪਾਰਟੀ ਦੇ ਕੋਈ ਪੈਰ ਲੱਗ ਰਹੇ ਨਾ ਕੋਈ ਗੱਲ ਹੈਗੀ ਹੈ, ਜਿਹੇ ਵੀ ਨਹੀਂ। ਜੀ ਜੀ ਜੀ। ਤੇ ਬਾਪੂ ਜਿਹੜੇ ਕਿਸਾਨ ਅੰਦਰੋਂ ਕੱਢੇ ਗਏ ਨੇ, ਬਾਹਰ ਸਵਾਲ ਪੁੱਛਣ ਗਏ ਸੀ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਜੇ ਉਹਨੇ ਗੱਲ ਨਹੀਂ ਸੁਣੀ ਤਾਂ ਮੈਂ ਨਿਖੇਧੀ ਕਰਦਾ ਉਸ ਗੱਲ ਦੀ, ਸੁਣਨੀ ਚਾਹੀਦੀ ਸੀ। ਅਸੀਂ ਤਾਂ ਮਤਲਬ ਕੁਛ ਨਾ ਮਾੜਾ ਮੋਟਾ ਨਰਮੀ ਸੋਚ ਰਿਹਾ ਵੀ ਅਜੇ ਇੱਧਰ ਦਿੱਲੀ ਅੰਦੋਲਨ ਚੱਲਦਾਗਾ, ਜੇ ਇਹੋ ਜਿਹਾ ਕਰਨਗੇ ਫਿਰ ਆਈਆਂ ਮੀਟਿੰਗਾਂ ਕਰਨ ਨੂੰ ਬੈਠਾ ਦਾਂਗੇ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਬਾਪੂ ਜੀ, ਬਹੁਤ ਬਹੁਤ ਧੰਨਵਾਦ। ਤਾਂ ਇਹ ਸੀ ਪੂਰੀ ਗੱਲਬਾਤ ਤੇ ਅੱਜ ਦਾ ਵਾਕਾ ਜੋ ਕੁਝ ਮਾਨਸਾ ਦੇ ਵਿੱਚ ਹੋਇਆ ਹੈ। ਕਿਸਾਨ ਕਹਿੰਦੇ ਵੀ ਤੀਜੇ ਸਵਾਲ ਤੇ ਹੀ ਬੋਲਤੀ ਬੰਦ ਹੋ ਗਈ ਜੀ। 7 ਸਵਾਲ ਸੀ ਟੋਟਲ, ਪਹਿਲਾ ਕੁਐਸਚਨ ਪੇਪਰ ਵੀ ਦੇ ਦਿੱਤਾ ਗਿਆ। ਦੇਖੋ, ਮੈਂ ਤਾਂ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪ੍ਰੋਪੋਗੰਡਾ ਪਾਰਟੀ ਹੈ ਤੇ ਇਹ ਸਿਰਫ ਡਰਾਮੇ ਕਰਨਾ ਜਾਣਦੀ ਹੈ। ਮੈਂ ਸਵਾਲ ਕਰਨਾ ਚਾਹੁੰਦਾ ਤੁਹਾਡੇ ਜਰੀਏ ਔਰ ਓਪਨ ਚੈਲੰਜ ਕਰਨਾ ਚਾਹੁੰਦਾ ਹੈ ਕਿ ਜਿਹੜੀਆਂ ਵੀ ਅਰਵਿੰਦ ਕੇਜਰੀਵਾਲ ਆਪਣੀ ਪ੍ਰਾਪਤੀਆਂ ਥਰੂ ਮੀਡੀਆ ਐਡ ਥਰੂ ਸੋਸ਼ਲ ਮੀਡੀਆ ਪੰਜਾਬ ਵਾਲਿਆਂ ਨੂੰ, ਪੰਜਾਬੀਆਂ ਨੂੰ ਦੱਸ ਰਿਹਾ ਹੈ, ਉਹਦੇ ਇਸ ਤਰ੍ਹਾਂ ਦੇ ਡਾਕੂਮੈਂਟ ਲਿਆ ਕੇ ਦਿਖਾਵੇ, ਸਰਕਾਰੀ ਕਾਗਜ਼ ਲਿਆ ਕੇ ਦਿਖਾਵੇ ਕਿ ਸਰਕਾਰੀ ਤੌਰ ਤੇ ਕਿ ਉਹ ਗੱਲਾਂ ਸੱਚੀਆਂ ਨੇ। ਮੈਂ ਦੱਸਦਾ ਕਿਵੇਂ ਅਰਵਿੰਦ ਕੇਜਰੀਵਾਲ ਝੂਠ ਬੋਲਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 50,000 ਪ੍ਰਤੀ ਹੈਕਟੇਅਰ ਮੈਂ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਉਹ ਦਿੱਲੀ 'ਚ ਦੇ ਰਿਹਾ। ਪਹਿਲਾਂ ਤਾਂ 50,000 ਪ੍ਰਤੀ ਹੈਕਟੇਅਰ ਮੈਂ ਪੰਜਾਬੀਆਂ ਨੂੰ ਕਲੀਅਰ ਕਰਦਾ, ਇੱਕ ਹੈਕਟੇਅਰ 'ਚ 2.5 ਕਿੱਲਾ ਹੁੰਦਾ, ਮਤਲਬ ਇਹ ਬਣਿਆ 20,000 ਰੁਪਏ ਕਿੱਲਾ। ਪੰਜਾਬ 'ਚ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਂਦਾ ਹੈ। ਫਿਰ ਹੁਣ ਅਸਲ ਸੱਚਾਈ ਆ ਜਾਓ। ਆ ਮੇਰੀ RTI ਦਾ ਰਿਪਲਾਈ ਆਇਆ ਹੋਇਆ 10/9/2021। ਮੈਂ ਪੁੱਛਿਆ ਸੀ ਕਿ ਭਾਈ ਕੀ 50,000 ਦੀ ਗੱਲ ਕਿਆ ਛੱਡੋ, ਤੁਸੀਂ ਕੋਈ ਵੀ ਫਸਲਾਂ ਦਾ ਡੈਮੇਜ ਦਾ ਕਲੇਮ, ਕੋਈ ਵੀ ਫਸਲਾਂ ਦਾ ਨੁਕਸਾਨ ਹੋਇਆ ਹੋਵੇ, ਕਿਆ ਦਿੱਲੀ ਸਰਕਾਰ ਨੇ ਉਹਦਾ ਮੁਆਵਜ਼ਾ ਦਿੱਤਾ ਪਿਛਲੇ 5 ਸਾਲਾਂ 'ਚ? ਤੇ ਇਹ RTI ਹੈਗੀ ਹੈ ਬਲਾਕ ਡਿਵੈਲਪਮੈਂਟ ਅਫਸਰ ਦੀ, ਦਿੱਲੀ ਸਰਕਾਰ ਦੀ, ਐਗਰੀਕਲਚਰ ਡਿਪਾਰਟਮੈਂਟ ਦੀ, ਜਿਹੜੀ ਕਹਿੰਦੀ ਹੈ ਕਿ ਪਿਛਲੇ 5 ਸਾਲਾਂ 'ਚ ਇੱਕ ਸਿੰਗਲ ਪੈਸਾ ਜਿਹੜੀ ਫਸਲਾਂ ਖਰਾਬ ਹੋਈਆਂ ਉਹਨਾਂ ਦਾ ਦਿੱਲੀ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਜਿਹੜਾ ਰੌਲਾ ਪਾ ਰਹੇ ਨੇ 50,000 ਰੁਪਏ ਹੈਕਟੇਅਰ ਦਿੱਤਾ ਗਿਆ ਹੈ, ਉਹ ਕਿੱਥੇ ਦੇਖੇ ਆਏ ਨੇ? ਮੈਂ ਤਾਂ ਕਹਿ ਰਿਹਾ ਉਹ ਜਿਵੇਂ ਮੋਦੀ ਦਾ WhatsApp ਮੀਡੀਆ ਨਾ, WhatsApp ਯੂਨੀਵਰਸਿਟੀ ਚੱਲਦੀ ਹੈ, ਭਗਤ ਪੜ੍ਹਦੇ ਆ, ਪੜ੍ਹਨ ਤੋਂ ਬਾਅਦ ਉਹ ਰੌਲਾ ਪਾ ਦਿੰਦੇ ਮੋਦੀ ਨੇ ਆਹ ਕਰਤਿਆ। ਉਵੇਂ ਅਰਵਿੰਦ ਕੇਜਰੀਵਾਲ ਦੀ ਵੀ ਇੱਕ WhatsApp ਯੂਨੀਵਰਸਿਟੀ ਚੱਲਦੀ ਹੈ। ਉਹ ਭਗਤ ਵੀ ਜਿਹੜੇ TV ਚੈਨਲ ਜਾ ਕੇ ਬੈਠ ਕੇ ਰੌਲਾ ਪਾਉਂਦੇ। ਮੈਂ ਤਾਂ ਤੁਹਾਨੂੰ ਵੀ ਪੱਤਰਕਾਰ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਗੱਲ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਜਾਂ ਪ੍ਰਵਕਤਾ ਬੋਲੇ, ਉਹਨੂੰ ਕਹੇ ਵੀ ਕਾਗਜ਼ ਦਿਖਾ। ਮੈਂ ਗਰੰਟੀ ਦਿੰਦਾ ਅਰਵਿੰਦ ਕੇਜਰੀਵਾਲ ਵੀ ਮੈਦਾਨ ਛੱਡ ਕੇ ਭੱਜੂਗਾ।
ਜਿਵੇਂ ਅੱਜ ਭੱਜਿਆ ਜਿਵੇਂ ਅੱਜ ਭੱਜਿਆ। ਅੱਜ ਵੀ ਕਿਸਾਨਾਂ ਨੇ ਉਹੀ ਗੱਲ ਕੀਤੀ ਜਿਹੜੀ ਧਰਾਤਲ ਤੇ ਸਹੀ ਹੈ। ਔਰ ਬੜੀ ਸ਼ਰਮ ਦੀ ਗੱਲ ਹੈ, ਮੈਂ ਆਪਣੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ, ਇਸ ਤੋਂ ਸ਼ਰਮਿੰਦਗੀ ਵਾਲੀ ਕੋਈ ਗੱਲ ਨਹੀਂ ਕਿ ਸਾਡੀ ਸੱਚੀ ਤੇ ਸੁੱਚੀ ਕਿਸਾਨ ਮੂਵਮੈਂਟ ਜਿਹਦੇ ਵਿੱਚ 700 ਤੋਂ ਵੱਧ ਸ਼ਹੀਦੀਆਂ ਹੋ ਗਈਆਂ, ਉਸ ਮੂਵਮੈਂਟ ਦੇ ਆਗੂਆਂ ਨੂੰ, ਉਸ ਮੂਵਮੈਂਟ ਦੇ ਨੁਮਾਇੰਦਿਆਂ ਨੂੰ, ਉਸ ਮੂਵਮੈਂਟ ਦੇ ਅਸਲੀ ਕਿਸਾਨਾਂ ਨੂੰ ਜਿਹੜੇ ਸਵਾਲ ਪੁੱਛਣ ਗਏ ਸੀ, ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਕਰ ਰਹੇ ਦਾ ਠੱਪਾ ਲਾ ਕੇ ਛੱਡਤਿਆ। ਸੋ ਕਿੰਨੀ ਮੰਦਭਾਗੀ ਤੇ ਮਾੜੀ ਗੱਲ ਹੈ। ਤੇ ਮੈਂ ਆਹਵਾਨ ਕਰੂੰਗਾ ਸਾਡੀ ਕਿਸਾਨ ਜਥੇਬੰਦੀਆਂ ਨੂੰ ਕਿ ਇਸ 'ਤੇ ਸੀਰੀਅਸ ਨੋਟ ਲੈਣ ਤੇ ਇਹ ਸੋਚਣ ਕਿ ਕਿਵੇਂ ਆਮ ਆਦਮੀ ਪਾਰਟੀ ਸਾਡੇ ਕਿਸਾਨਾਂ ਨਾਲ ਖਿਲਵਾੜ ਕਰ ਰਹੀ ਹੈ, ਸਾਡੇ ਕਿਸਾਨਾਂ ਦੇ ਸੈਂਟੀਮੈਂਟ ਨਾਲ ਖਿਲਵਾੜ ਕਰ ਰਹੀ ਹੈ। ਇੱਕ ਪਾਸੇ ਤਾਂ ਬੜੇ ਬੈਨਰ ਲਾਉਂਦੀ ਮੈਂ ਕਿਸਾਨਾਂ ਨਾਲ ਮੁਲਾਕਾਤ, ਕਿਸਾਨਾਂ ਨੇ ਹੀ ਤੁਹਾਡੀ ਉਸ ਆਡੀਓ 'ਚ ਕਿਹਾ ਹੈ ਕਿ ਉੱਥੇ ਤਾਂ ਸਾਨੂੰ ਸਾਡੇ ਨੇੜੇ ਤੇੜੇ ਦੀ ਜਥੇਬੰਦੀ ਦਾ ਕੋਈ ਬੰਦਾ ਨਹੀਂ ਲੱਭਿਆ, ਕੋਈ ਕਿਸਾਨ ਨਹੀਂ ਲੱਭਿਆ ਨੇੜੇ ਤੇੜੇ ਦਾ। ਉਹ ਤਾਂ ਸਾਨੂੰ ਸਾਰੇ ਦੇ ਸਾਰੇ ਪਾਰਟੀ ਵਰਕਰ ਲੱਗ ਰਹੇ ਸੀਗੇ, ਕੋਈ ਜਾਣੂ ਬੰਦਾ ਤਾਂ ਸਾਨੂੰ ਨਜ਼ਰ ਨਹੀਂ ਆ ਰਿਹਾ ਸੀਗਾ। ਹੁਣ ਦੇਖੋ ਮਹੱਲੇ 'ਚ ਰਹਿੰਦੇ ਆਪਾਂ ਤਾਂ ਮਹੱਲੇ 'ਚ ਪਤਾ ਹੁੰਦਾ ਨਾ ਕਿਹੜਾ ਕਿੱਥੇ ਰਹਿ ਰਿਹਾ। ਉਹ ਕਹਿੰਦੇ ਸਾਨੂੰ ਤਾਂ ਲੱਗ ਹੀ ਨਹੀਂ ਰਿਹਾ ਕੋਈ ਜਥੇਬੰਦੀ ਤੋਂ ਹੈ। ਜੇ ਕੋਈ ਜਥੇਬੰਦੀ ਤੇ ਹੁੰਦਾ ਤਾਂ ਕੋਈ ਜੈਨੂਅਨ ਸਵਾਲ ਪੁੱਛਦਾ ਨਾ, ਉਹ ਤਾਂ ਸਕ੍ਰਿਪਟਡ ਸਵਾਲ ਸੀਗੇ, ਸਕ੍ਰਿਪਟਡ ਆਨਸਰ ਸੀਗੇ। ਉਹ ਕਹਿੰਦੇ ਫਿਰ ਵੀ ਅਸੀਂ ਜਾ ਕੇ ਉਹਨੂੰ ਦੇ ਦਿੱਤਾ ਭਾਈ ਇਹ ਸਵਾਲ ਸਾਡੇ ਇਹ ਨੇ, ਜਿਹੜੇ ਅਨਸਕ੍ਰਿਪਟਡ ਸਵਾਲ ਸੀਗੇ ਉਹਨਾਂ 'ਚ ਭੱਜ ਗਏ। ਤਾਂ ਮੈਂ ਤਾਂ ਇਹੀ ਕਹੂੰਗਾ ਕਿ ਕੇਜਰੀਵਾਲ ਦਾਲ ਨਹੀਂ ਗਲਦੀ ਹੁਣ ਪੰਜਾਬ 'ਚ ਤੇਰੇ ਨਾਲ। ਬਿਲਕੁਲ, ਦੇਖੋ ਬਹੁਤ ਵੱਡਾ ਸਵਾਲ ਹੈ, ਜਿਵੇਂ ਸਤਵੀਰ ਵਾਲੀਆ ਜੀ ਨੇ ਵੀ ਦੱਸਿਆ ਹੈ। ਇਹਨਾਂ ਨੇ ਆਪ ਘਰੇ ਬੈਠ ਕੇ ਕੋਈ ਡਾਕੂਮੈਂਟ ਤਿਆਰ ਨਹੀਂ ਕੀਤਾ, ਇਹ ਆਰਟੀਆਈ ਦੇ ਰਾਹੀਂ ਸਰਕਾਰੀ ਦਸਤਾਵੇਜ਼ ਹੈ ਜੋ ਕਹਿੰਦਾ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਕੋਈ ਵੀ ਪੇਮੈਂਟ ਨਹੀਂ ਦਿੱਤੀ ਗਈ ਹੈ ਕਿਸੇ ਵੀ ਤਰ੍ਹਾਂ ਦੇ ਫਸਲ ਦੇ ਨੁਕਸਾਨ ਦੀ। ਇਹ ਦਿੱਲੀ ਦੀ ਹੈ। ਅਰਵਿੰਦ ਕੇਜਰੀਵਾਲ ਸਾਹਿਬ ਤੇ ਉਹਨਾਂ ਦੀ ਜਿਹੜੀ ਵੀ ਟੀਮ ਹੈ ਆਮ ਆਦਮੀ ਪਾਰਟੀ ਦੀ, ਉਹਨਾਂ ਨੂੰ ਇੱਕ ਵੱਡਾ ਸਵਾਲ ਹੈ ਫਿਰ ਜਿਹੜਾ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਤੁਸੀਂ ਕਹਿੰਦੇ ਹੋ ਉਹ ਕਿੱਥੇ ਦਾ ਹੈ, ਉਹ ਦਸਤਾਵੇਜ਼ ਵੀ ਜ਼ਰੂਰ ਜਾਰੀ ਕੀਤੇ ਜਾਣ। ਤੇ ਨਾਲੇ ਜਿਵੇਂ ਕੁਲਵਿੰਦਰ ਜੀ ਨੇ ਸਾਨੂੰ ਦੱਸਿਆ ਹੈ, ਜੋ ਕਿਸਾਨ ਆਗੂ ਸਵਾਲ ਪੁੱਛਣ ਗਏ ਸੀ ਆਪਣੇ ਵਫਦ ਦੇ ਨਾਲ, ਉਹ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਜੀ ਨੇ ਜਵਾਬ ਦੇਣ ਤੋਂ ਇਨਕਾਰ ਤਾਂ ਕੀਤਾ, ਨਾਲ ਇਹ ਵੀ ਕਹਿ ਦਿੱਤਾ ਵੀ ਤੁਸੀਂ ਸਿਆਸਤ ਕਰ ਰਹੇ ਹੋ, ਯਾਨੀ ਕਿਸਾਨ ਸਿਆਸਤ ਕਰ ਰਹੇ ਨੇ। ਅਰਵਿੰਦ ਕੇਜਰੀਵਾਲ ਜੀ ਤੁਹਾਡੇ ਸਾਹਮਣੇ ਬਹੁਤ ਵੱਡਾ ਸਵਾਲ ਹੈ, ਤੁਸੀਂ ਇਹ ਕਹਿ ਰਹੇ ਹੋ ਕਿ ਕਿਸਾਨ ਸਿਆਸਤ ਕਰ ਰਹੇ ਨੇ, ਤਾਂ ਜਨਾਬ ਤੁਸੀਂ ਕੀ ਕਰ ਰਹੇ ਹੋ? ਇਹ ਪੰਜਾਬੀ ਨੇ ਤੇ ਜਿਹੜੇ ਕਿਸਾਨ 11 ਮਹੀਨਿਆਂ 'ਚ ਕੇਂਦਰ ਸਰਕਾਰ ਦੀਆਂ ਗੋਡਣੀਆਂ ਲਵਾ ਸਕਦੇ ਨੇ, ਤਾਂ ਆਮ ਆਦਮੀ ਪਾਰਟੀ ਦਾ ਕੀ ਹਾਲ ਹੋਣਾ ਹੈ ਤੁਸੀਂ ਆਪ ਇਸ ਦਾ ਅੰਦਾਜ਼ਾ ਲਾ ਸਕਦੇ ਹੋ। ਦੂਜੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿੱਥੇ ਤੁਹਾਡੀ ਅੱਜ ਇਹ ਮੀਟਿੰਗ ਸੀ ਆਪਣੇ ਸੋ ਕਾਲਡ ਕਿਸਾਨਾਂ ਦੇ ਨਾਲ, ਉੱਥੇ ਮੀਡੀਆ ਦੀ ਐਂਟਰੀ ਵੀ ਨਹੀਂ ਰੱਖੀ। ਮੀਡੀਆ ਤੋਂ ਕਿਸ ਗੱਲ ਦਾ ਡਰ ਹੈ ਤੁਹਾਨੂੰ ਕਿ ਮੀਡੀਆ ਸਵਾਲ ਪੁੱਛਦੀ ਹੈ? ਜਨਾਬ ਸਵਾਲ ਤਾਂ ਹੁਣ ਕੱਲਾ ਕਿਸਾਨ ਪੁੱਛੇਗਾ ਜੋ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ, ਤੇ ਉਹਨਾਂ ਦੇ ਪਰਿਵਾਰ ਵਾਲੇ ਪੁੱਛਣਗੇ ਜੋ ਪੰਜਾਬ ਦੇ ਵਿੱਚ ਬੈਠੇ ਨੇ। ਤਾਂ ਹੁਣ ਜਵਾਬ ਤਿਆਰ ਕਰਕੇ ਹੀ ਜਾਣਾ, ਨਹੀਂ ਤਾਂ ਦਿੱਲੀ ਵਿੱਚ ਰਹਿਣਾ ਜ਼ਿਆਦਾ ਬਿਹਤਰੀ ਹੈ ਤੁਹਾਡੇ ਲਈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।